ਹੈਲੋ ਸਟੂਡੈਂਟਸ, ਅੱਜ ਆਪਾਂ ਕਰਾਂਗੇ ਹੈਕਸਰ-ਓਲਨ ਥਿਊਰੀ। ਹੈਕਸਰ-ਓਲਨ ਥਿਊਰੀ ਇੰਟਰਨੈਸ਼ਨਲ ਟ੍ਰੇਡ ਦੀ ਮਾਡਰਨ ਥਿਊਰੀ ਹੈ। ਇਹਦੇ 'ਚ ਇਹ ਦੱਸਿਆ ਗਿਆ ਹੈ ਕਿ ਇੰਟਰਨੈਸ਼ਨਲ ਟ੍ਰੇਡ ਦਾ ਕਾਰਨ ਡਾਇਵਰਸਿਟੀ ਇਨ ਫੈਕਟਰ ਐਂਡਾਊਨਮੈਂਟ ਹੈ ਜਾਂ ਸਾਧਨ ਸੰਪੰਨਤਾ ਦੀ ਵਿਭਿੰਨਤਾ ਹੈ। ਕੰਪੈਰੇਟਿਵ ਕੋਸਟ ਦੇ ਡਿਫਰੈਂਸ ਦਾ ਕਾਰਨ ਸਾਧਨਾਂ ਦੀ ਪੂਰਤੀ ਵਿੱਚ ਪਾਈ ਜਾਣ ਵਾਲੀ ਵਿਭਿੰਨਤਾ ਹੈ। ਕਿਸੇ ਦੇਸ਼ 'ਚ ਪੂੰਜੀ ਵੱਧ ਪਾਈ ਜਾਂਦੀ ਹੈ, ਉੱਥੇ ਪੂੰਜੀ ਸਸਤੀ ਹੁੰਦੀ ਹੈ। ਕਿਸੇ ਦੂਜੇ ਦੇਸ਼ 'ਚ ਲੇਬਰ ਵੱਧ ਪਾਇਆ ਜਾਂਦਾ ਹੈ, ਉੱਥੇ ਲੇਬਰ ਸਸਤਾ ਹੁੰਦਾ ਹੈ। ਜਿੱਥੇ ਪੂੰਜੀ ਵੱਧ ਪਾਈ ਜਾਂਦੀ ਹੈ, ਉੱਥੇ ਪੂੰਜੀ ਨਾਲ ਬਣਨ ਵਾਲੀਆਂ ਵਸਤੂਆਂ ਨੂੰ ਬਣਾਇਆ ਜਾਂਦਾ ਹੈ ਜਾਂ ਪੂੰਜੀ ਪ੍ਰਧਾਨ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਜਿੱਥੇ ਲੇਬਰ ਵੱਧ ਹੁੰਦਾ ਤਾਂ ਉੱਥੇ ਲੇਬਰ ਨਾਲ ਬਣਨ ਵਾਲੀਆਂ ਵਸਤੂਆਂ ਨੂੰ ਬਣਾਇਆ ਜਾਂਦਾ ਹੈ ਅਤੇ ਲੇਬਰ ਪ੍ਰਧਾਨ ਤਕਨੀਕ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜਿਹੜੇ ਦੇਸ਼ 'ਚ ਜਿਹੜਾ ਵੀ ਸਾਧਨ ਸਸਤਾ ਹੁੰਦਾ ਹੈ, ਉਸੇ ਸਾਧਨ ਨਾਲ ਬਣਨ ਵਾਲੀਆਂ ਵਸਤੂਆਂ ਦੇ ਵਿੱਚ ਉਹ ਦੇਸ਼ ਸਪੈਸ਼ਲਾਈਜੇਸ਼ਨ ਪ੍ਰਾਪਤ ਕਰ ਲੈਂਦਾ ਅਤੇ ਉਸੇ ਤਰ੍ਹਾਂ ਦੀਆਂ ਵਸਤੂਆਂ ਨੂੰ ਉਹ ਪ੍ਰੋਡਿਊਸ ਕਰਦਾ ਹੈਗਾ। ਇਸ ਥਿਊਰੀ ਦੀਆਂ ਕੁਝ ਅਜੰਪਸ਼ਨਸ ਹੈਗੀਆਂ। ਇਹਨਾਂ ਅਜੰਪਸ਼ਨ ਦੇ ਦਿੱਤਿਆਂ ਹੋਣ ਨਾਲ ਹੀ ਇਹ ਥਿਊਰੀ ਲਾਗੂ ਹੁੰਦੀ ਹੈ, ਨਹੀਂ ਤਾਂ ਥਿਊਰੀ ਲਾਗੂ ਨਹੀਂ ਹੁੰਦੀ। ਜਿਵੇਂ ਇਹਦੇ 'ਚ ਲਿਆ ਗਿਆ, ਦੋ ਦੇਸ਼ ਹੈ, ਦੋ ਵਸਤੂਆਂ ਅਤੇ ਦੋ ਹੀ ਸਾਧਨ ਹੈ। ਇਹਨੂੰ 2x2 ਮਾਡਲ ਕਿਹਾ ਜਾਂਦਾ ਹੈ। ਹਰੇਕ ਵਸਤੂ ਲਈ ਦੋ ਦੇਸ਼ਾਂ ਵਿੱਚ ਇੱਕ ਹੀ ਪ੍ਰੋਡਕਸ਼ਨ ਫੰਕਸ਼ਨ ਹੁੰਦਾ ਹੈ। ਪ੍ਰੋਡਕਸ਼ਨ ਫੰਕਸ਼ਨ ਹਰੇਕ ਦੇਸ਼ ਲਈ ਦੋ ਦੇਸ਼ਾਂ 'ਚ ਹਰੇਕ ਵਸਤੂ ਵਾਸਤੇ ਇੱਕ ਹੀ ਹੁੰਦਾ। ਇੱਕ ਦੇਸ਼ 'ਚ ਸਾਧਨ ਗਤੀਸ਼ੀਲ ਪਰ ਦੋਨਾਂ ਦੇਸ਼ਾਂ ਦੇ ਵਿਚਾਲੇ ਸਾਧਨ ਗਤੀਹੀਨ ਹੁੰਦੇ ਆ। ਇੱਕ ਦੇਸ਼ 'ਚ ਸਾਧਨਾਂ ਨੂੰ ਇੱਧਰੋਂ ਉੱਧਰ ਲਿਜਾਇਆ ਜਾ ਸਕਦਾ, ਪਰ ਦੂਜੇ ਦੇਸ਼ ਦੇ ਵਿੱਚ ਸਾਧਨਾਂ ਨੂੰ ਲਿਜਾਣਾ ਔਖਾ ਹੁੰਦਾ। ਲੇਬਰ ਮਾਰਕੀਟ ਅਤੇ ਪ੍ਰੋਡਕਟ ਮਾਰਕੀਟ ਦੋਨਾਂ ਦੇ ਵਿੱਚ ਹੀ ਪਰਫੈਕਟ ਕੰਪੀਟੀਸ਼ਨ ਪਾਇਆ ਜਾਂਦਾ ਅਤੇ ਫੁੱਲ ਇੰਪਲਾਈਮੈਂਟ ਵੀ ਪਾਇਆ ਜਾਂਦਾ। ਸਾਰੇ ਸਾਧਨ ਕੰਮ 'ਤੇ ਲੱਗੇ ਹੁੰਦੇ ਆ, ਕੋਈ ਵੀ ਬੇਰੁਜ਼ਗਾਰ ਨਹੀਂ ਹੁੰਦਾ। ਫਰੀ ਟਰੇਡ ਹੈ, ਕਿਸੇ ਤਰ੍ਹਾਂ ਦੀ ਕੋਈ ਰਿਸਟ੍ਰਿਕਸ਼ਨ ਟਰੇਡ ਦੇ ਉੱਤੇ ਨਹੀਂ ਲੱਗੀ। ਐਕਸਪੋਰਟ ਇੰਪੋਰਟ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਲੱਗੀ ਹੋਈ। ਦੋਨਾਂ ਦੇਸ਼ਾਂ ਦੇ ਵਿੱਚ ਪ੍ਰੋਡਕਸ਼ਨ ਤਕਨੀਕ ਸੇਮ ਹੈ, ਕੋਈ ਟਰਾਂਸਪੋਰਟ ਕੋਸਟ ਨਹੀਂ ਹੁੰਦੀ। ਇੱਕ ਵਸਤੂ ਨੂੰ ਦੂਜੇ ਥਾਂ ਤੇ ਲਿਜਾਣ ਵੇਲੇ ਕੋਈ ਯਾਤਾਯਾਤ ਦੀ ਲਾਗਤ ਨਹੀਂ ਆਉਂਦੀ। ਵੱਖ-ਵੱਖ ਦੇਸ਼ਾਂ 'ਚ ਵੱਖ-ਵੱਖ ਸਾਧਨ ਪਾਏ ਜਾਂਦੇ ਆ। ਸਾਰੀਆਂ ਵਸਤੂਆਂ ਦਾ ਪ੍ਰੋਡਕਸ਼ਨ ਫੰਕਸ਼ਨ ਫਸਟ ਡਿਗਰੀ ਹੋਮੋਜੀਨੀਅਸ ਪ੍ਰੋਡਕਸ਼ਨ ਫੰਕਸ਼ਨ ਹੁੰਦਾ ਹੈ। ਇਹਦਾ ਮਤਲਬ ਹੈ ਕਿ ਜਿੰਨੇ ਸਾਧਨ ਲਾਏ ਜਾਂਦੇ ਆ, ਓਨਾ ਹੀ ਉਤਪਾਦਨ ਵੀ ਵੱਧਦਾ। ਜਿਸ ਰੇਸ਼ੋ ਦੇ ਵਿੱਚ ਸਾਧਨਾਂ ਨੂੰ ਵਧਾਇਆ ਜਾਂਦਾ, ਉਸੇ ਰੇਸ਼ੋ ਦੇ ਵਿੱਚ ਉਤਪਾਦਨ ਵੀ ਵੱਧਦਾ। ਇਹਦੇ 'ਚ ਆਪਾਂ ਲਏ ਆ ਦੋ ਦੇਸ਼, ਭਾਰਤ ਅਤੇ ਜਰਮਨੀ। ਦੋ ਸਾਧਨ ਲੇਬਰ ਅਤੇ ਕੈਪੀਟਲ, ਦੋ ਵਸਤੂਆਂ ਸ਼ਰਟ ਅਤੇ ਵਾਚ। ਭਾਰਤ ਹੈ ਜਿਹੜਾ, ਇਹਦੇ 'ਚ ਲੇਬਰ ਵੱਧ ਮਾਤਰਾ 'ਚ ਪਾਇਆ ਜਾਂਦਾ, ਇਸ ਕਰਕੇ ਲੇਬਰ ਸਸਤਾ ਹੈ ਅਤੇ ਲੇਬਰ ਨਾਲ ਬਣਨ ਵਾਲੀਆਂ ਵਸਤੂਆਂ ਸ਼ਰਟਾਂ ਲਈਆਂ ਗਈਆਂ। ਇੱਥੇ ਭਾਰਤ ਹੈ ਜਿਹੜਾ, ਉਹ ਲੇਬਰ ਨਾਲ ਬਣਨ ਵਾਲੀ ਵਸਤੂ ਸ਼ਰਟ ਦਾ ਉਤਪਾਦਨ ਕਰੂਗਾ, ਸ਼ਰਟ ਦੇ ਵਿੱਚ ਸਪੈਸ਼ਲਾਈਜੇਸ਼ਨ ਪ੍ਰਾਪਤ ਕਰੂਗਾ ਅਤੇ ਸ਼ਰਟਾਂ ਦਾ ਐਕਸਪੋਰਟ ਕਰੂਗਾ। ਦੂਜਾ ਦੇਸ਼ ਜਰਮਨੀ, ਜਿੱਥੇ ਕੈਪੀਟਲ ਵੱਧ ਮਾਤਰਾ 'ਚ ਪਾਈ ਜਾਂਦੀ ਹੈ। ਇਹ ਕੈਪੀਟਲ ਨਾਲ ਬਣਨ ਵਾਲੀਆਂ ਵਸਤੂਆਂ ਘੜੀਆਂ ਦਾ ਉਤਪਾਦਨ ਕਰੂਗਾ ਅਤੇ ਇਹਨਾਂ ਦਾ ਹੀ ਐਕਸਪੋਰਟ ਕਰੂਗਾ। ਘੜੀਆਂ ਦੇ ਉਤਪਾਦਨ ਦੇ ਵਿੱਚ ਸਪੈਸ਼ਲਾਈਜੇਸ਼ਨ ਪ੍ਰਾਪਤ ਕਰ ਲੂਗਾ, ਕਿਉਂਕਿ ਇੱਥੇ ਘੜੀਆਂ ਬਣਾਉਣੀਆਂ ਸਸਤੀਆਂ, ਪੂੰਜੀ ਸਸਤੀ ਹੈਗੀ ਹੈ ਕਿਉਂਕਿ ਪੂੰਜੀ ਦੀ ਮਾਤਰਾ ਜ਼ਿਆਦਾ ਹੈ। ਹੁਣ ਇਹਨੂੰ ਆਪਾਂ ਡਾਇਗਰਾਮ ਦੀ ਸਹਾਇਤਾ ਨਾਲ ਐਕਸਪਲੇਨ ਕਰਾਂਗੇ। ਇਹਦੇ 'ਚ ਆਪਾਂ ਹੁਣ ਦੋ ਤਰ੍ਹਾਂ ਦੀ ਕੋਸਟ ਦੋਨਾਂ ਦੇਸ਼ਾਂ ਵਾਸਤੇ ਅਲੱਗ-ਅਲੱਗ ਕੋਸਟ ਲਾਈਨ ਲਈਆਂ ਹੈਗੀਆਂ। ਜਿਹੜਾ ਇੰਗਲੈਂਡ ਹੈ, ਇਹ ਕੈਪੀਟਲ ਇਹਦੇ 'ਚ ਵੱਧ ਪਾਈ ਜਾਂਦੀ ਹੈ, ਇਸ ਕਰਕੇ ਕੈਪੀਟਲ ਨਾਲ ਬਣਨ ਵਾਲੀਆਂ ਵਸਤੂਆਂ ਇੱਥੇ ਸਸਤੀਆਂ ਹੁੰਦੀਆਂ ਅਤੇ ਕੈਪੀਟਲ ਦੇ ਨਾਲ ਬਣਨ ਵਾਲੀਆਂ ਵਸਤੂਆਂ ਵੱਧ ਬਣਾਈਆਂ ਜਾ ਸਕਦੀਆਂ। ਕੈਪੀਟਲ ਸਸਤੀ ਹੈ, ਕੈਪੀਟਲ ਵੱਧ ਖਰੀਦੀ ਜਾ ਸਕਦੀ ਹੈ। ਆਪਾਂ ਜਰਮਨੀ ਦੀਆਂ ਦੋ ਕੋਸਟ ਲਾਈਨ ਲਵਾਂਗੇ। ਪਹਿਲੀ ਕੋਸਟ ਲਾਈਨ ਹੈਗੀ ਹੈ AB ਕੋਸਟ ਲਾਈਨ ਜਰਮਨੀ ਦੀ ਕੋਸਟ ਲਾਈਨ ਹੈ, ਜਿਹੜੀ ਵਾਈ ਐਕਸਿਸ ਬੰਨੀ ਵੱਧ ਚੁੱਕੀ ਹੋਈ ਹੈ। ਜੇ ਜਰਮਨੀ ਸਾਰੇ ਪੈਸੇ ਕੈਪੀਟਲ 'ਤੇ ਲਾਉਂਦਾ ਤਾਂ ਇੰਨੀ ਉਹ A ਦੇ ਬਰਾਬਰ ਕੈਪੀਟਲ ਖਰੀਦ ਸਕਦਾ ਹੈ। ਜੇ ਲੇਬਰ 'ਤੇ ਲਾਉਂਦਾ ਤਾਂ ਉਹ B ਦੇ ਬਰਾਬਰ ਲੇਬਰ ਖਰੀਦ ਸਕਦਾ। ਲੇਬਰ ਦੀ ਮਾਤਰਾ ਘੱਟ ਖਰੀਦੀ ਜਾਂਦੀ ਹੈ ਉਹ ਤੋਂ, ਅਤੇ ਕੈਪੀਟਲ ਦੀ ਮਾਤਰਾ ਜ਼ਿਆਦਾ ਖਰੀਦ ਸਕਦਾ। ਇੱਕ ਹੋਰ ਉਹਦੀ ਆਈਸੋਕੋਸਟ ਲਾਈਨ ਹੈ, ਜਿਹੜੀ ਇਸ ਤੋਂ ਨੀਵੀਂ ਹੈ। ਇਹਨੂੰ ਆਪਾਂ CD ਨਾਮ ਦੇਵਾਂਗੇ। CD ਕੋਸਟ ਲਾਈਨ ਹੈ, ਇਹਦੇ ਪੈਰਲਲ ਹੀ ਹੈ ਵੀ, ਇਹਦੇ ਪੈਰਲਲ ਹੀ ਹੈਗੀ ਹੈ ਅਤੇ ਇਸ ਤਰ੍ਹਾਂ ਦੀ ਹੈ। ਇਹ ਨੀਵੀਂ ਹੈ। ਇਹਦੇ 'ਤੇ ਹੈਗਾ ਜਿਹੜਾ ਨੀਵੀਂ ਕੋਸਟ ਲਾਈਨ ਹੈ ਜਿਹੜੀ ਇਹਦੇ 'ਤੇ ਘੜੀਆਂ ਦਾ ਉਤਪਾਦਨ ਕੀਤਾ ਜਾਊਗਾ। ਉੱਚੀ ਕੋਸਟ ਲਾਈਨ ਹੈ ਜਿਹੜੀ, ਉਹਦੇ ਅਕੋਰਡਿੰਗ ਸ਼ਰਟਾਂ ਦਾ ਉਤਪਾਦਨ ਕੀਤਾ ਜਾਊਗਾ। ਇੱਥੇ ਜੇ ਇਹ ਘੜੀਆਂ ਦਾ ਉਤਪਾਦਨ ਕਰਦਾ ਹੈ ਤਾਂ ਘੱਟ ਸਾਧਨਾਂ ਦੀ ਸਹਾਇਤਾ ਨਾਲ ਘੜੀਆਂ ਦਾ ਉਤਪਾਦਨ ਕਰ ਸਕਦਾ ਹੈ, ਕਿਉਂਕਿ ਘੜੀਆਂ ਪੂੰਜੀ ਪ੍ਰਧਾਨ ਵਸਤੂ ਹੈ ਅਤੇ ਇੱਥੇ ਪੂੰਜੀ ਸਸਤੀ ਹੈ, ਇਸ ਕਰਕੇ ਘੜੀਆਂ ਦਾ ਉਤਪਾਦਨ
ਸਸਤਾ ਹੋ ਜਾਂਦਾ ਤੇ ਸ਼ਰਟਾਂ ਜਿਹੜੀਆਂ ਲੇਬਰ ਇੰਟੈਂਸਿਵ ਟੈਕਨੀਕ ਨਾਲ ਬਣਨ ਵਾਲੀਆਂ, ਇੱਥੇ ਲੇਬਰ ਮਹਿੰਗਾ ਹੈ, ਇਸ ਕਰਕੇ ਉੱਚੇ ਆਈਸੋ ਕੋਸਟ ਲਾਈਨ ਦੇ ਅਕੋਰਡਿੰਗ ਉਹਨੂੰ ਉਤਪਾਦਨ ਕਰਨਾ ਪਊਗਾ ਜੇ ਸ਼ਰਟਾਂ ਦਾ ਉਤਪਾਦਨ ਉਹ ਕਰਦਾ ਤਾਂ ਪਹਿਲਾਂ ਦੂਜਾ ਦੇਸ਼ ਹੈ ਜਿਹੜਾ ਇੰਡੀਆ, ਉਹਦੇ 'ਚ ਲੇਬਰ ਸਸਤਾ ਹੈ, ਉਹਦੀਆਂ ਵੀ ਆਪਾਂ 2 ਕੋਸਟ ਲਾਈਨ ਲਵਾਂਗੇ ਤਾਂ ਉਹਦੀਆਂ ਕੋਸਟ ਲਾਈਨ ਹੈ ਜਿਹੜੀਆਂ ਇਧਰਲੇ ਪਾਸੋਂ ਨੀਵੀਆਂ ਲਵਾਂਗੇ, ਕਿਉਂਕਿ ਇੱਥੇ ਕੈਪੀਟਲ ਇੰਡੀਆ ਦੇ ਵਿੱਚ ਕੈਪੀਟਲ ਮਹਿੰਗੀ ਹੈ ਤੇ ਲੇਬਰ ਸਸਤਾ ਹੈ, ਇਸ ਕਰਕੇ ਇੰਡੀਆ ਦੀਆਂ ਕੋਸਟ ਲਾਈਨ ਹੈ ਜਿਹੜੀਆਂ ਉਹ ਐਕਸ ਐਕਸਿਸ ਵੱਲ ਨੂੰ ਝੁਕੀਆਂ ਹੋਈਆਂ ਹੋਣਗੀਆਂ। ਇਹਦੀਆਂ ਵੀ ਆਪਾਂ 2 ਲਾਈਨਾਂ ਲਵਾਂਗੇ, ਇੱਕ ਹੈਗੀ ਹੈ P1 Q1, ਦੂਜੀ ਕੋਸਟ ਲਾਈਨ ਇੰਡੀਆ ਦੀ P2 Q2 ਹੈ, P2 Q2 है, P2 Q2 नीवी लाइन है, P1 Q1 ਉੱਚੀ ਲਾਈਨ ਹੈ। ਇਹ ਮਹਿੰਗੀ ਹੈ, ਇਹ ਸਸਤੀ ਹੈ। ਜੇ ਇੰਡੀਆ ਲੇਬਰ ਨਾਲ ਬਣਨ ਵਾਲੀਆਂ ਵਸਤੂਆਂ ਨੂੰ ਪ੍ਰੋਡਿਊਸ ਕਰਦਾ ਤਾਂ ਨੀਵੀਂ ਕੋਸਟ ਲਾਈਨ ਦੇ ਅਕੋਰਡਿੰਗ ਪ੍ਰੋਡਿਊਸ ਕਰੂਗਾ। ਜੇ ਉਹ ਪੂੰਜੀ ਪ੍ਰਧਾਨ ਵਸਤੂਆਂ ਦਾ ਉਤਪਾਦਨ ਕਰਦਾ ਤਾਂ ਉੱਚੀ ਕੋਸਟ ਲਾਈਨ ਦੇ ਅਕੋਰਡਿੰਗ ਉਹਨੂੰ ਉਤਪਾਦਨ ਕਰਨਾ ਪਊਗਾ, ਇੱਥੇ ਉਹਦਾ ਉਤਪਾਦਨ ਕਰਨਾ ਮਹਿੰਗਾ ਹੋਊਗਾ। ਹੁਣ ਆਪਾਂ ਆਈਸੋ ਕੁਐਂਟ ਲਵਾਂਗੇ। ਆਈਸੋ ਕੁਐਂਟ ਤੇ ਆਈਸੋ ਕੋਸਟ ਲਾਈਨ ਜਿੱਥੇ ਇੱਕ ਦੂਜੇ ਨੂੰ ਟੱਚ ਕਰਨਗੇ ਜਾਂ ਇੱਕ ਦੂਜੇ ਦੇ ਬਰਾਬਰ ਹੋਣਗੇ ਤਾਂ ਉਸ ਦੇ ਅਕੋਰਡਿੰਗ ਹੈਗਾ ਜਿਹੜਾ ਉਤਪਾਦਨ ਕੀਤਾ ਜਾਊਗਾ, ਉਹਨੇ ਸਾਧਨ ਲਾ ਕੇ ਉਤਪਾਦਨ ਕੀਤਾ ਜਾਊਗਾ। ਮੰਨ ਲਓ ਜਰਮਨੀ ਹੈ ਜਿਹੜਾ ਉਹ ਇਸ ਦੇ ਅਕੋਰਡਿੰਗ ਉਤਪਾਦਨ ਕਰਦਾ ਹੈ, ਘੜੀਆਂ ਦਾ ਉਤਪਾਦਨ ਕਰਦਾ ਤਾਂ ਘੜੀਆਂ ਦਾ ਆਈਸੋ ਕੁਐਂਟ ਇਸ ਤਰ੍ਹਾਂ ਹੋਊਗਾ, ਨੀਵੀਂ ਲਾਈਨ ਤੇ ਜਰਮਨੀ ਵਾਸਤੇ ਘੜੀਆਂ ਦਾ ਉਤਪਾਦਨ, ਇਹ ਉਹਦੀ ਉੱਚੀ ਆਈਸੋ ਕੋਸਟ ਲਾਈਨ ਹੈ, ਇਹ ਨੀਵੀਂ ਕੋਸਟ ਲਾਈਨ ਹੈ, ਨੀਵੀਂ ਕੋਸਟ ਲਾਈਨ ਦੇ ਅਕੋਰਡਿੰਗ ਹੋਊਗਾ। ਤੇ ਇੰਡੀਆ ਦੇ ਵਿੱਚ ਜੇ ਘੜੀਆਂ ਦਾ ਉਤਪਾਦਨ ਕੀਤਾ ਜਾਊਗਾ ਤਾਂ ਉੱਚੀ ਕੋਸਟ ਲਾਈਨ ਦੇ ਅਕੋਰਡਿੰਗ ਹੋਊਗਾ, ਇਸ ਕੋਸਟ ਲਾਈਨ ਦੇ ਅਕੋਰਡਿੰਗ ਹੋਊਗਾ। ਤਾਂ ਘੜੀਆਂ ਦਾ ਉਤਪਾਦਨ 100 ਦੇ ਬਰਾਬਰ ਕੀਤਾ ਜਾਊਗਾ। ਹੁਣ ਜੇ ਜਰਮਨੀ ਆਪਦੇ ਦੇਸ਼ 'ਚ ਘੜੀਆਂ ਦਾ ਉਤਪਾਦਨ ਕਰਦਾ ਹੈ, ਘੜੀਆਂ ਕੈਪੀਟਲ ਇੰਟੈਂਸਿਵ ਵਸਤੂਆਂ, ਕੈਪੀਟਲ ਇੰਟੈਂਸਿਵ ਨਾਲ ਪ੍ਰੋਡਿਊਸ ਹੋਣ ਵਾਲੀਆਂ ਵਸਤੂਆਂ, ਇਸ ਕਰਕੇ ਘੜੀਆਂ ਦਾ ਉਤਪਾਦਨ ਕਰਨ ਵਾਸਤੇ ਉਹਨੂੰ ਇੰਨੀ ਕੈਪੀਟਲ K0 ਦੇ ਬਰਾਬਰ ਕੈਪੀਟਲ ਤੇ M0 ਦੇ ਬਰਾਬਰ ਲੇਬਰ ਲਾਉਣਾ ਪਊਗਾ। ਇੰਨੀ ਕੈਪੀਟਲ OK0 ਕੈਪੀਟਲ ਤੇ OM0 ਲੇਬਰ ਲਾ ਕੇ 100 ਘੜੀਆਂ ਦਾ ਉਤਪਾਦਨ ਜਰਮਨੀ 'ਚ ਕੀਤਾ ਜਾ ਸਕਦਾ। ਜੇ ਜਰਮਨੀ ਸ਼ਰਟਾਂ ਦਾ ਉਤਪਾਦਨ ਕਰਦਾ ਤਾਂ ਉਹਦੀ ਲਾਗਤ ਵੱਧ ਹੋਊਗੀ, ਇਸ ਕਰਕੇ ਉੱਚੀ ਕੋਸਟ ਲਾਈਨ ਦੇ ਅਕੋਰਡਿੰਗ ਉਹਨੂੰ ਉਤਪਾਦਨ ਕਰਨਾ ਪਊਗਾ। ਅਤੇ ਇਸ ਦੇ ਅਕੋਰਡਿੰਗ ਆਪਾਂ ਇੱਥੇ ਜਾਵਾਂਗੇ, ਉਹਦਾ ਉੱਚਾ ਆਈਸੋ ਕੁਐਂਟ ਹੋਊਗਾ। ਇਸ ਆਈਸੋ ਕੁਐਂਟ ਦੇ ਅਕੋਰਡਿੰਗ ਜਰਮਨੀ ਉਤਪਾਦਨ ਕਰੂਗਾ ਘੜੀਆਂ ਦਾ। ਅਤੇ ਇੰਡੀਆ ਦੇ ਵਿੱਚ ਸ਼ਰਟਾਂ ਦਾ ਉਤਪਾਦਨ ਹੈ ਜਿਹੜਾ ਉਹ ਨੀਵੇਂ ਆਈਸੋ ਕੋਸਟ ਲਾਈਨ ਦੇ ਅਕੋਰਡਿੰਗ ਹੋਊਗਾ। ਇੱਥੇ ਵੀ ਉਤਪਾਦਨ 100 ਸ਼ਰਟਾਂ ਦਾ ਹੀ ਹੋਊਗਾ।